ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਅਮਰੀਕਾ ਦੀਆਂ तमाम ਖਬਰਾਂ ਦੀ। ਨਜ਼ਰ ਮਾਰਦੇ ਹਾਂ ਇਹਨਾਂ ਖਬਰਾਂ ਉੱਪਰ। ਆਈਫੋਨ 14 ਲਾਂਚ ਕਰ ਦਿੱਤਾ ਗਿਆ, ਜਿਸ ਵਿੱਚ ਕਈ ਨਵੇਂ ਫੀਚਰ ਸ਼ਾਮਿਲ ਕੀਤੇ ਗਏ ਹਨ। ਇਸ ਦੇ ਵਿੱਚ ਕਈ ਨਵੇਂ ਫੀਚਰ ਜਿਹੜੇ ਸ਼ਾਮਿਲ ਕੀਤੇ ਗਏ, ਉਸ ਦੀ ਇਵੈਂਟ ਦੇ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਹੁਣ ਕ੍ਰੈਸ਼ ਡਿਟੈਕਟਰ ਅਤੇ SOS ਸੈਟੇਲਾਈਟ ਦੇ ਨਾਲ ਜੋੜਨ ਸੰਬੰਧੀ ਇਸ ਤਰ੍ਹਾਂ ਦੀਆਂ ਚੀਜ਼ਾਂ ਆਈਫੋਨ 14 ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ। ਕੈਮਰੇ ਦੀ ਕੁਆਲਿਟੀ ਵੀ ਵਧਾਈ ਗਈ ਹੈ। ਐਪਲ ਵੱਲੋਂ ਅੱਜ ਆਈਫੋਨ 14 ਲਾਂਚ ਕਰ ਦਿੱਤਾ ਗਿਆ ਹੈ। ਆਈਫੋਨ 14 ਦੇ ਵਿੱਚ ਐਪਲ ਵੱਲੋਂ ਹੁਣ ਨਵੇਂ ਫੀਚਰ ਸ਼ਾਮਿਲ ਕੀਤੇ ਗਏ ਨੇ। ਆਈਫੋਨ 14 ਪ੍ਰੋ ਦੀ ਕੀਮਤ 1,29,900 ਤੋਂ ਸ਼ੁਰੂ ਹੋ ਰਹੀ ਹੈ ਤੇ ਆਈਫੋਨ 14 ਦੀ ਕੀਮਤ 79,900 ਦੱਸੀ ਗਈ। ਦੱਸ ਦਈਏ ਕਿ ਅੱਜ ਦੇ ਐਪਲ ਇਵੈਂਟ ਦੇ ਵਿੱਚ ਆਈਫੋਨ 14 ਸੀਰੀਜ਼, ਨਵੀਂ ਵਾਚ ਸੀਰੀਜ਼ 8, ਨਵੀਂ ਜਨਰੇਸ਼ਨ ਦੇ 에ਅਰਪੌਡ ਪ੍ਰੋ ਲਾਂਚ ਕੀਤੇ ਗਏ ਹਨ। ਇਸ ਇਵੈਂਟ ਦੀ ਸ਼ੁਰੂਆਤ ਐਪਲ CEO ਵੱਲੋਂ ਕੀਤੀ ਗਈ। ਇਸ ਇਵੈਂਟ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਆਈਫੋਨ 14 ਦੀ ਕੀਮਤ 79,900, ਆਈਫੋਨ 14 ਪਲੱਸ ਦੀ ਕੀਮਤ 99,900, ਆਈਫੋਨ 14 ਪ੍ਰੋ ਦੀ 1,29,900 ਅਤੇ ਆਈਫੋਨ 14 ਪ੍ਰੋ ਮੈਕਸ ਦੀ ਕੀਮਤ 1,39,900 ਹੋਵੇਗੀ। ਤੇ ਜੇਕਰ ਇਸ ਦੀ ਕੀਮਤ ਡਾਲਰ ਦੇ ਵਿੱਚ ਦੱਸੀਏ ਤਾਂ ਸੀਰੀਜ਼ 8 ਜੋ ਕਿ ਸੈਲੂਲਰ ਦੇ ਨਾਲ ਹੈ, ਉਸ ਦੀ ਕੀਮਤ $499 ਅਤੇ SE ਦੀ $299 ਹੋਣ ਜਾ ਰਹੀ ਹੈ। ਆਈਫੋਨ 14 ਦੀ ਕੀਮਤ $799, ਆਈਫੋਨ 14 ਪਲੱਸ ਦੀ ਕੀਮਤ $899 ਹੋਵੇਗੀ। ਇਸ ਤੋਂ ਬਾਅਦ ਆਈਫੋਨ 14 ਪ੍ਰੋ ਦੀ ਕੀਮਤ $999, ਆਈਫੋਨ 14 ਪ੍ਰੋ ਮੈਕਸ ਦੀ ਕੀਮਤ $1,099 ਤੋਂ ਸ਼ੁਰੂ ਹੋਵੇਗੀ। ਹੁਣ ਗੱਲ ਕਰਦੇ ਹਾਂ ਕਿ ਇਹਨਾਂ ਵਿੱਚ ਕਿਹੜੇ ਨਵੇਂ ਖਾਸ ਫੀਚਰ ਸ਼ੁਰੂ ਕੀਤੇ ਗਏ ਨੇ। ਆਈਫੋਨ 14 ਪ੍ਰੋ ਦੇ ਵਿੱਚ 48 ਮੈਗਾਪਿਕਸਲ ਦਾ ਮੇਨ ਕੈਮਰਾ ਹੋਵੇਗਾ, ਜਿਸ ਦੀ ਸੇਲ 16 ਸਤੰਬਰ ਤੋਂ ਸ਼ੁਰੂ ਹੋਵੇਗੀ। ਇਸ ਵਿੱਚ ਇੱਕ ਡਾਇਨਾਮਿਕ ਆਈਲੈਂਡ ਨੌਚ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜੋ ਕਿ ਤੁਹਾਡੀਆਂ ਐਕਟੀਵਿਟੀਜ਼ ਦੇ ਆਧਾਰ ਦੇ ਉੱਪਰ ਬਦਲਦੀ ਰਹੇਗੀ। ਉਦਾਹਰਨ ਦੇ ਤੌਰ ਦੇ ਉੱਪਰ ਜੇਕਰ ਤੁਹਾਡਾ ਮਿਊਜ਼ਿਕ ਐਪ ਖੁੱਲ੍ਹਾ ਹੈ ਤਾਂ ਇਸ ਦੇ ਉੱਪਰ ਐਨੀਮੇਸ਼ਨ ਨਜ਼ਰ ਆਵੇਗਾ। ਇਸ ਤੋਂ ਇਲਾਵਾ ਆਈਫੋਨ 14 ਤੇ ਆਈਫੋਨ 14 ਪਲੱਸ ਦੇ ਵਿੱਚ A15 ਬਾਇਓਨਿਕ ਚਿਪਸੈਟ ਦੀ ਜਾਣਕਾਰੀ ਦਿੱਤੀ ਗਈ ਹੈ। ਐਪਲ ਦਾ ਦਾਅਵਾ ਹੈ ਕਿ ਹੁਣ ਉਹਨਾਂ ਵੱਲੋਂ ਆਪਣੇ ਕੈਮਰੇ ਦੇ ਵਿੱਚ ਹੋਰ ਵੀ ਸੁਧਾਰ ਕੀਤਾ ਗਿਆ ਹੈ। ਇਸ ਵਿੱਚ ਕ੍ਰੈਸ਼ ਡਿਟੈਕਸ਼ਨ ਦਾ ਫੀਚਰ ਵੀ ਸ਼ਾਮਿਲ ਕੀਤਾ ਗਿਆ, ਜੋ ਕਿ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸ਼ਾਮਿਲ ਕੀਤਾ ਗਿਆ ਹੈ। ਇਹ ਵੀ ਗੱਲ ਕਹੀ ਗਈ ਹੈ ਕਿ US ਦੇ ਮਾਡਲਸ ਦੇ ਵਿੱਚ ਉਹਨਾਂ ਵੱਲੋਂ ਹੁਣ ਸਿਮ ਟਰੇ ਹਟਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇੱਕ ਹੋਰ ਬੜਾ ਹੀ ਅਨੋਖਾ ਫੀਚਰ ਐਪਲ ਵੱਲੋਂ ਇਸ ਵਾਰ ਆਪਣੇ ਫੋਨਾਂ ਦੇ ਵਿੱਚ ਸ਼ਾਮਿਲ ਕੀਤਾ ਗਿਆ। ਉਹ ਫੀਚਰ ਹੈ ਐਮਰਜੈਂਸੀ SOS ਵਾਇਆ ਸੈਟੇਲਾਈਟ। ਫਿਲਹਾਲ ਇਸ ਦੀ ਸ਼ੁਰੂਆਤ US ਅਤੇ ਕੈਨੇਡਾ ਦੇ ਵਿੱਚ ਹੋਵੇਗੀ। ਹੁਣ ਗੱਲ ਕਰਦੇ ਹਾਂ ਐਪਲ ਵੱਲੋਂ ਜੋ ਇਵੈਂਟ ਦੇ ਵਿੱਚ ਹੋਰ ਗੈਜਟ ਲਾਂਚ ਕੀਤੇ ਗਏ। ਇਸ ਇਵੈਂਟ ਦੇ ਵਿੱਚ ਐਪਲ ਵਾਚ ਸੀਰੀਜ਼ 8 ਲਾਂਚ ਕੀਤੀ ਗਈ ਹੈ, ਜਿਸ ਦੀ ਕੀਮਤ 45,900 ਸੀਰੀਜ਼ 8 ਦੇ ਵਾਸਤੇ ਦੱਸੀ ਗਈ ਹੈ ਤੇ SE 2 ਦੀ ਕੀਮਤ 29,900 ਹੋਵੇਗੀ। ਭਾਰਤ ਦੇ ਵਿੱਚ 에ਅਰਪੌਡ ਪ੍ਰੋ 26,900 ਰੁਪਏ ਦੇ ਉੱਪਰ ਉਪਲਬਧ ਹੋਣਗੇ, ਜਿਸ ਨੂੰ ਸਤੰਬਰ ਮਹੀਨੇ ਪ੍ਰੀ ਆਰਡਰ ਕੀਤਾ ਜਾ ਸਕਦਾ ਹੈ। ਆਈਫੋਨ 14 ਦੀ ਭਾਰਤ ਦੇ ਵਿੱਚ 16 ਸਤੰਬਰ ਨੂੰ ਸੇਲ ਸ਼ੁਰੂ ਹੋਵੇਗੀ ਤੇ ਆਈਫੋਨ 14 ਪਲੱਸ 7 ਅਕਤੂਬਰ ਨੂੰ ਉਪਲਬਧ ਹੋਵੇਗਾ। ਆਈਫੋਨ 14 ਪ੍ਰੋ ਦੀਆਂ ਕੀਮਤਾਂ ਦੇ ਵਿੱਚ ਐਪਲ ਵੱਲੋਂ ਅਜੇ ਕੋਈ ਵੀ ਵਾਅਦਾ ਨਹੀਂ ਕੀਤਾ ਗਿਆ। ਸਿਰਫ ਇਸ ਦੀਆਂ ਕੀਮਤਾਂ ਡਾਲਰ ਦੇ ਵਿੱਚ ਹੀ ਦੱਸੀਆਂ ਗਈਆਂ। ਭਾਰਤ ਦੇ ਵਿੱਚ ਇਸ ਦੀਆਂ ਕੀ ਕੀਮਤਾਂ ਹੋਣਗੀਆਂ, ਇਸ ਦੀ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ। ਆਈਫੋਨ 14 ਤੇ ਆਈਫੋਨ 14 ਪਲੱਸ ਦੇ ਵਿੱਚ ਇੱਕ ਹੋਰ ਵੱਡਾ ਫੀਚਰ ਸ਼ਾਮਿਲ ਕੀਤਾ ਗਿਆ, ਜੋ ਕਿ ਕ੍ਰੈਸ਼ ਡਿਟੈਕਸ਼ਨ ਦਾ ਹੈ। ਇਸੇ ਤਰ੍ਹਾਂ ਦਾ ਫੀਚਰ ਵਾਚ ਸੀਰੀਜ਼ 8 ਦੇ ਵਿੱਚ ਵੀ ਨਜ਼ਰ ਆਵੇਗਾ। ਨਸ਼ੇ ਖਿਲਾਫ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। 1 ਲੱਖ ਤੋਂ ਵੱਧ ਫੈਂਟਨਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਹੋਰ ਵੀ ਨਸ਼ਾ ਪੁਲਿਸ ਦੇ ਹੱਥ ਲੱਗਿਆ, ਜਿਸ ਬਾਰੇ ਅਧਿਕਾਰੀਆਂ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਬਾਰਡਰ ਆਫੀਸ਼ੀਅਲਸ ਵੱਲੋਂ ਐਰੀਜ਼ੋਨਾ ਵਿੱਚ ਨਸ਼ੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ। ਉਹਨਾਂ ਵੱਲੋਂ ਵੱਡੀ ਮਾਤਰਾ ਵਿੱਚ ਫੈਂਟਨਲ ਪਿਲਸ ਬਰਾਮਦ ਕੀਤੀਆਂ ਗਈਆਂ ਤੇ ਨਾਲ ਹੀ ਆਈਸ ਚੈਸਟ ਵਿੱਚ ਲੁਕੋ ਕੇ ਰੱਖਿਆ 14 ਪਾਉਂਡ ਫੈਂਟਨਲ ਪਾਊਡਰ ਵੀ ਉਹਨਾਂ ਦੇ ਹੱਥ ਲੱਗਾ ਹੈ। ਇਸ ਮਾਮਲੇ ਸੰਬੰਧੀ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਆਫੀਸਰਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਨੋਗਾਲਸ ਪੋਰਟ ਆਫ ਐਂਟਰੀ ਦੇ ਉੱਪਰ ਉਹਨਾਂ ਵੱਲੋਂ 1,02,000 ਫੈਂਟਨਲ ਪਿਲਸ ਬਰਾਮਦ ਕੀਤੀਆਂ।
ਇਸ ਤੋਂ ਇਲਾਵਾ 14 ਪਾਉਂਡ ਫੈਂਟਨਿਲ ਪਾਊਡਰ ਦੀ ਬਰਾਮਦਗੀ ਦੇ ਬਾਰੇ ਵੀ ਉਹਨਾਂ ਵੱਲੋਂ ਦੱਸਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫੈਂਟਨਿਲ ਪਿਲਸ ਦੇ ਨਾਲ 31 ਪਾਉਂਡ ਕੋਕੇਨ ਵੀ ਆਈਸ ਚੈਸਟ ਦੇ ਵਿੱਚ ਲੁਕੋ ਕੇ ਰੱਖੀ ਗਈ ਸੀ। ਦੱਸ ਦਈਏ ਕਿ ਫੈਂਟਨਿਲ ਇੱਕ ਕਾਫੀ ਖਤਰਨਾਕ ਨਸ਼ਾ ਹੈ ਜੋ ਕਿ ਹੈਰੋਇਨ ਤੋਂ 50 ਗੁਣਾ ਵੱਧ ਸਟਰੋਂਗ ਹੁੰਦਾ ਹੈ। ਇਸ ਬਾਰੇ ਜੋ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵੱਲੋਂ ਅੰਕੜਾ ਸਾਂਝਾ ਕੀਤਾ ਗਿਆ, ਉਸ ਵਿੱਚ ਦੱਸਿਆ ਗਿਆ ਕਿ ਪਿਛਲੇ ਸਾਲ ਇਸ ਕਾਰਨ 1 ਲੱਖ ਤੋਂ ਵੱਧ ਮੌਤਾਂ ਹੋ ਗਈਆਂ। ਅਧਿਕਾਰੀਆਂ ਵੱਲੋਂ ਅਜੇ ਇਸ ਮਾਮਲੇ ਸੰਬੰਧੀ ਬਹੁਤੀ ਜਾਣਕਾਰੀ ਤਾਂ ਸਾਂਝੀ ਨਹੀਂ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹ ਸਾਂਝੀ ਕਰਨਗੇ। ਹੁਣ ਤੱਕ ਦੀ ਅਪਡੇਟ ਦੇ ਵਿੱਚ ਉਹਨਾਂ ਵੱਲੋਂ ਇਹਨਾਂ तमाम ਗੱਲਾਂ ਦਾ ਹੀ ਜ਼ਿਕਰ ਕੀਤਾ ਗਿਆ ਹੈ। ਜਸਟਿਨ ਬੀਬਰ ਵੱਲੋਂ ਆਪਣੇ ਕਈ ਸ਼ੋਅ ਪੋਸਟਪੋਨ ਕਰ ਦਿੱਤੇ ਨੇ। 70 ਸ਼ੋਅ ਪੋਸਟਪੋਨ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਸਟਿਨ ਬੀਬਰ ਨੇ ਖੁਦ ਦੱਸਿਆ ਕਿ ਉਹ ਅਜਿਹਾ ਕਦਮ ਕਿਉਂ ਚੁੱਕ ਰਹੇ ਨੇ। ਦੱਸ ਦਈਏ ਕਿ ਜਸਟਿਨ ਬੀਬਰ ਇੱਕ ਸਿੰਡਰੋਮ ਦਾ ਸ਼ਿਕਾਰ ਹੋਏ ਸਨ, ਜਿਸ ਦੇ ਬਾਰੇ ਉਹਨਾਂ ਨੇ ਖੁਦ ਇੰਸਟਾਗ੍ਰਾਮ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ। ਜਸਟਿਨ ਬੀਬਰ ਵੱਲੋਂ ਆਪਣੇ ਵਰਲਡ ਟੂਰ ਨੂੰ ਅੱਗੇ ਪਾ ਦਿੱਤਾ ਹੈ। ਇਸ ਦਾ ਕੀ ਕਾਰਨ ਹੈ, ਇਸ ਬਾਰੇ ਵੀ ਜਸਟਿਨ ਬੀਬਰ ਵੱਲੋਂ ਆਪਣੇ ਫੈਨਸ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਜਸਟਿਨ ਬੀਬਰ ਵੱਲੋਂ ਇੰਸਟਾਗ੍ਰਾਮ ਦੇ ਉੱਪਰ ਇੱਕ ਸਟੋਰੀ ਸਾਂਝੀ ਕੀਤੀ ਗਈ, ਜਿੱਥੇ ਉਸਨੇ ਦੱਸਿਆ ਕਿ ਉਹ ਆਪਣੇ ਟੂਰ ਨੂੰ ਅੱਗੇ ਪਾ ਰਿਹਾ ਹੈ। ਦੱਸ ਦਈਏ ਕਿ ਸਾਲ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਵੱਲੋਂ ਆਪਣੀ ਬਿਮਾਰੀ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ, ਜਿੱਥੇ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦਾ ਅੱਧਾ ਚਿਹਰਾ ਪੈਰਾਲਾਈਜ਼ਡ ਹੋ ਚੁੱਕਿਆ ਹੈ। ਇਸੇ ਕਾਰਨ ਉਹਨਾਂ ਵੱਲੋਂ ਆਪਣੇ ਉਸ ਵੇਲੇ ਦੇ ਟੂਰ ਨੂੰ ਰੱਦ ਕੀਤਾ ਗਿਆ ਸੀ। ਇਸ ਬਾਰੇ ਜਸਟਿਨ ਬੀਬਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹ ਆਰਾਮ ਕਰਨ ਅਤੇ ਡਾਕਟਰ ਦੇ ਨਾਲ ਸਲਾਹ ਕਰਨ ਤੋਂ ਬਾਅਦ ਯੂਰਪ ਦੇ ਵਿੱਚ ਗਏ ਤਾਂ ਕਿ ਉਹ ਆਪਣੇ ਟੂਰ ਨੂੰ ਅੱਗੇ ਪੂਰਾ ਕਰ ਸਕਣ। ਉਹਨਾਂ ਵੱਲੋਂ 6 ਲਾਈਵ ਸ਼ੋਅ ਲਗਾਏ ਗਏ, ਪਰ ਜਸਟਿਨ ਬੀਬਰ ਇਸ ਦੇ ਨਾਲ ਖੁਸ਼ ਨਹੀਂ ਦਿਖਾਈ ਦਿੱਤੇ। ਹੁਣ ਕੁੱਲ ਮਿਲਾ ਕੇ 70 ਡੇਟਸ ਅੱਗੇ ਪਾ ਦਿੱਤੀਆਂ ਗਈਆਂ ਨੇ, ਜਿਸ ਬਾਰੇ ਖੁਦ ਜਸਟਿਨ ਬੀਬਰ ਨੇ ਹੀ ਜਾਣਕਾਰੀ ਸਾਂਝੀ ਕੀਤੀ ਹੈ। This syndrome called Ramsay-Hunt syndrome, and it is from this virus that attacks the nerve in my ear and my facial nerves and has caused my face to have paralysis. As you can see, this eye is not blinking. I can't smile on this side of my face. This nostril will not move. So there's full paralysis in this side of my face. So for those who are frustrated by my cancellations of the next shows, I'm just physically, obviously not capable of doing them. This is pretty serious, as you can see. I wish this wasn't the case, but obviously my body's telling me I gotta slow down, and I hope you guys understand, and I'll be using this time to just rest and relax and get back to 100% so that I can do what I was born to do. But in the meantime, this ain't it. I gotta go get my rest on so that I can get my face back to where it's supposed to be. I love you guys. Thanks for being patient with me. And I'm gonna get better. And I'm doing all these facial exercises to get my face back to normal. And it will go back to normal. ਸਨੋਰਕਲਿੰਗ ਕਰ ਰਹੀ ਔਰਤ ਦੇ ਉੱਪਰ ਇੱਕ ਸ਼ਾਰਕ ਵੱਲੋਂ ਹਮਲਾ ਕੀਤਾ ਗਿਆ। ਹਮਲੇ ਦੌਰਾਨ ਔਰਤ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਬਹਾਮਾਸ ਦੇ ਵਿੱਚ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਵਾਸਤੇ ਗਈ ਹੋਈ ਸੀ, ਜਿਸ ਦੌਰਾਨ ਉਹ ਸਨੋਰਕਲਿੰਗ ਕਰ ਰਹੀ ਸੀ ਤੇ ਉਸ ਨਾਲ ਹਾਦਸਾ ਵਾਪਰਿਆ, ਜਿਸ ਨੇ ਉਸ ਦੀ ਜਾਨ ਲੈ ਲਈ। ਸ਼ਾਰਕ ਅਟੈਕ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਮਾਮਲਾ ਬਹਾਮਾਸ ਨਾਲ ਜੁੜਿਆ ਹੋਇਆ ਹੈ, ਜਿੱਥੇ ਯੂਐਸ ਟੂਰਿਸਟ ਸ਼ਾਰਕ ਅਟੈਕ ਤੋਂ ਬਾਅਦ ਮ੍ਰਿਤਕ ਪਾਇਆ ਗਿਆ ਹੈ। ਜਾਣਕਾਰੀ ਮੁਤਾਬਕ ਦੱਸਿਆ ਗਿਆ ਕਿ ਇਹ ਟੂਰਿਸਟ ਕਰੂਜ਼ ਸ਼ਿਪ ਦੇ ਉੱਪਰ ਸੀ, ਉਸ ਨਾਲ ਹਾਦਸਾ ਵਾਪਰਿਆ ਤੇ ਉਸ ਦੀ ਮੌਤ ਹੋ ਗਈ। ਇਸ ਪੈਸੇਂਜਰ ਦੀ ਉਮਰ 58 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਵੱਲੋਂ ਸਨੋਰਕਲਿੰਗ ਕੀਤੀ ਜਾ ਰਹੀ ਸੀ। ਉਹ ਆਪਣੀ ਪਰਿਵਾਰਕ ਮੈਂਬਰਾਂ ਦੇ ਨਾਲ ਹੀ ਸਨੋਰਕਲਿੰਗ ਕਰ ਰਿਹਾ ਸੀ, ਜਿਸ ਦੌਰਾਨ ਸ਼ਾਰਕ ਵੱਲੋਂ ਉਸ ਦੇ ਉੱਪਰ ਹਮਲਾ ਕੀਤਾ ਗਿਆ।
ਹੁਣ ਇਸ ਮਾਮਲੇ ਸੰਬੰਧੀ ਰਾਇਲ ਬਹਾਮਾਸ ਪੁਲਿਸ ਫੋਰਸ ਸੁਪਰੀਟੈਂਡੈਂਟ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੇ ਦੱਸਣ ਮੁਤਾਬਕ ਇੱਕ ਔਰਤ ਅਤੇ ਉਸ ਦੀ ਮਾਂ ਪੈਂਸਿਲਵੇਨੀਆ ਤੋਂ ਇੱਥੇ ਬਹਾਮਾਸ ਵਿੱਚ ਆਏ ਹੋਏ ਸਨ। ਪਰਿਵਾਰ ਵੱਲੋਂ ਇੱਥੇ ਪ੍ਰਾਈਵੇਟ ਟੂਰ ਬੋਟ ਕੰਪਨੀ ਦੇ ਨਾਲ ਰਾਬਤਾ ਕਰਕੇ ਉਸ ਦੀ ਬੁਕਿੰਗ ਕੀਤੀ ਗਈ ਸੀ। ਇਹ ਬੋਟ ਉਹਨਾਂ ਨੂੰ ਸਨੋਰਕਲਿੰਗ ਵਾਸਤੇ ਲੈ ਕੇ ਗਈ। ਇਹ ਸਨੋਰਕਲਿੰਗ ਉਹਨਾਂ ਵੱਲੋਂ ਰੋਜ਼ ਆਈਲੈਂਡ ਦੇ ਨੇੜੇ ਕੀਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ 2 ਵਜੇ ਦੇ ਕਰੀਬ ਔਰਤ ਦੇ ਉੱਪਰ ਇੱਕ ਬੁੱਲ ਸ਼ਾਰਕ ਵੱਲੋਂ ਸਨੋਰਕਲਿੰਗ ਦੌਰਾਨ ਹਮਲਾ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੇ ਇਹ ਸਾਰਾ ਹਮਲਾ ਆਪਣੀਆਂ ਅੱਖਾਂ ਨਾਲ ਦੇਖਿਆ ਤੇ ਉਹਨਾਂ ਨੇ ਮਦਦ ਵਾਸਤੇ ਗੁਹਾਰ ਲਗਾਈ। ਟੂਰ ਕੰਪਨੀ ਦੇ ਸਟਾਫ ਮੈਂਬਰਸ ਵੱਲੋਂ ਮਦਦ ਕਰਨ ਸੰਬੰਧੀ ਔਰਤ ਨੂੰ ਉੱਪਰ ਖਿੱਚਿਆ। ਇਸ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਮੌਤ ਹੋ ਗਈ। ਦੱਸੀਏ ਕਿ ਇਸ ਪੀੜਤ ਔਰਤ ਦੀ ਪਹਿਚਾਣ ਤਾਂ ਜਨਤਕ ਨਹੀਂ ਕੀਤੀ ਗਈ, ਪਰ ਅਧਿਕਾਰੀਆਂ ਵੱਲੋਂ ਇਸ ਬਾਰੇ ਹੁਣ ਤੱਕ ਦੀ ਜੋ ਅਪਡੇਟ ਦਿੱਤੀ ਗਈ ਤੁਹਾਨੂੰ ਇਸ ਖਬਰ ਦੇ ਵਿੱਚ ਦੱਸੀ ਹੈ। ਇੱਥੇ ਇਹ ਵੀ ਦੱਸ ਦਈਏ ਕਿ ਇੱਕ ਅੰਕੜਾ ਵੀ ਸਾਹਮਣੇ ਆਇਆ ਜਿੱਥੇ ਦੱਸਿਆ ਗਿਆ ਕਿ ਪੂਰੇ ਵਿਸ਼ਵ ਦੇ ਵਿੱਚ ਪਿਛਲੇ ਸਾਲ 73 ਸ਼ਾਰਕ ਅਟੈਕ ਦੇ ਮਾਮਲੇ ਸਾਹਮਣੇ ਆਏ। ਅਮਰੀਕਾ ਵਿੱਚ ਮੌਂਕੀਪੌਕਸ ਵਾਇਰਸ ਦੇ ਮਾਮਲੇ ਵਧੇ ਨੇ। ਇਸ ਵਾਇਰਸ ਦੇ ਨਾਲ ਜੁੜੇ ਹੋਏ ਹੁਣ ਤੱਕ 20,000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਵੀ ਲਗਾਤਾਰ ਇਸ ਬਾਰੇ ਅਪਡੇਟ ਸਾਂਝੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਅਮਰੀਕਾ ਵਿੱਚ ਮੌਂਕੀਪੌਕਸ ਵਾਇਰਸ ਦੇ ਮਾਮਲਿਆਂ ਦੀ ਕੀ ਸਥਿਤੀ ਹੈ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਇਸ ਵਾਇਰਸ ਨਾਲ ਜੁੜੇ ਹੋਏ 20,000 ਤੋਂ ਵੱਧ ਕੇਸਿਸ ਦਰਜ ਕੀਤੇ ਜਾ ਚੁੱਕੇ ਨੇ। ਜੀ ਹਾਂ, ਅਮਰੀਕਾ ਵਿੱਚ ਕੋਰੋਨਾ ਪੈਂਡੇਮਿਕ ਤੋਂ ਬਾਅਦ ਹੁਣ ਮੌਂਕੀਪੌਕਸ ਵਾਇਰਸ ਦੇ ਮਾਮਲੇ ਵਧਦੇ ਹੋਏ ਦਿਖਾਈ ਦਿੱਤੇ ਨੇ। ਲਗਾਤਾਰ ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਇਸ ਬਾਰੇ ਅਪਡੇਟ ਸਾਂਝੀ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਵਿਸ਼ਵ ਭਰ ਵਿੱਚ ਇਸ ਨਾਲ ਜੁੜੇ ਹੋਏ ਕਿੰਨੇ ਕੇਸਿਸ ਦੀ ਪੁਸ਼ਟੀ ਹੋ ਚੁੱਕੀ ਹੈ। ਪਿਛਲੇ ਦਿਨੀ ਹੀ ਵਿਸ਼ਵ ਸਿਹਤ ਸੰਗਠਨ ਵੱਲੋਂ ਦੱਸਿਆ ਗਿਆ ਸੀ ਕਿ ਪਹਿਲਾਂ ਦੇ ਮੁਕਾਬਲੇ ਇਹਨਾਂ ਕੇਸਿਸ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਅਮਰੀਕਾ ਤੋਂ ਜੋ ਖਬਰ ਸਾਹਮਣੇ ਆਈ, ਉੱਥੇ CDC ਨੇ ਦੱਸਿਆ ਹੈ ਕਿ ਦੇਸ਼ ਵਿੱਚ 20,000 ਤੋਂ ਵੱਧ ਇਸ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। CDC ਵੱਲੋਂ ਕੁਝ ਤਾਜ਼ਾ ਅੰਕੜੇ ਜਾਰੀ ਕੀਤੇ ਗਏ, ਜਿਸ ਵਿੱਚ ਦੱਸਿਆ ਗਿਆ ਕਿ ਅਮਰੀਕਾ ਅੰਦਰ ਮੌਂਕੀਪੌਕਸ ਦੇ 20,000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। CDC ਦੇ ਇਹਨਾਂ ਅੰਕੜਿਆਂ ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਧ ਕੇਸਿਸ ਦਰਜ ਕੀਤੇ ਗਏ, ਜਿਨ੍ਹਾਂ ਦੀ ਗਿਣਤੀ 3,833 ਦੇ ਕਰੀਬ ਦੱਸੀ ਗਈ। ਇਸ ਤੋਂ ਬਾਅਦ ਨਿਊਯਾਰਕ ਦੇ ਵਿੱਚ 3,526 ਤੇ ਫਲੋਰੀਡਾ ਵਿੱਚ 2,126 ਕੇਸਿਸ ਦਰਜ ਕੀਤੇ ਜਾ And the reason for that is because we are seeing this virus to continue to evolve quite rapidly. It's expected, as you've heard us say many, many times. We have BA.5 that is dominant. This is Omicron. This is part of Omicron. But even of the subvariant BA.5, there are dozens of subvariants of BA.5 that are circulating. So more than 90% of the sequences that have been shared in the last week alone are BA.5, but in some countries we have a predominance of BA.275, for example. So we don't have that level of predictability. And that will impact how we look at vaccines going forward. And there's a lot of discussion with our TAG-VE, our Technical Advisory Group for Virus Evolution, our Technical Advisory Group that decides and advises WHO on vaccine composition, SAGE, as you just heard about, in terms of looking at that. But we don't yet have that predictability. So, the short answer is we don't know yet. But we do know that there will be vaccines that are needed. And just a plug here that these vaccines continue to work incredibly well against preventing severe disease and death. The vaccines that were developed on the ancestral strain, the original virus that was circulating, continue to work. So getting vaccinated, making sure you receive all of the doses that you have, remains critically important. As you heard the DG say today, most of the deaths that are being reported are avoidable, and this is because we have these vaccines that exist. ਇਸ ਨਾਲ ਕੁਝ ਖਬਰਾਂ ਜਿਹੜੀਆਂ ਅੱਜ ਦਾ ਦਿਨ ਅਮਰੀਕਾ ਤੋਂ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ TV ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ।